अस्सलाम वालेकुम जी। मैं डॉक्टर नसीम राई फ्रांस सपोर्ट। अच्छा दोस्तों, जो ਅਸੀਂ ਦਵਾਈ ਦੱਸਦੇ ਆ, ਅਕਸਰ ਲੋਕ ਜਿਹੜੇ ਆ ਉਹ ਅੱਛਾ ਬੈਕਅਪ ਦਿੰਦੇ ਆ। ਉਹ ਕਹਿੰਦੇ ਡਾਕਟਰ ਸਾਹਿਬ ਤੁਹਾਡੀ ਦਵਾਈ ਨਾਲ ਸਾਨੂੰ ਆਰਾਮ ਆ ਗਿਆ। ਮਗਰ ਕੁਝ ਲੋਕ ਇਸ ਤਰ੍ਹਾਂ ਦੇ ਵੀ ਆ ਜਿਹੜੇ ਇਹ ਕਹਿੰਦੇ ਆ ਕਿ ਡਾਕਟਰ ਸਾਹਿਬ ਤੁਹਾਡੀ ਦਵਾਈ ਨਾਲ ਆਰਾਮ ਨਹੀਂ ਆਇਆ। ਜਾਂ ਬਾਜ਼ਕਾਤ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਆ, ਉਹ ਕਹਿੰਦੇ ਡਾਕਟਰ ਸਾਹਿਬ ਮੈਂ ਤੇ 15 ਦਿਨ ਹੋ ਗਏ ਤੁਹਾਡੀ ਦਵਾਈ ਖਾਂਦੇ ਨੂੰ, ਤੁਸੀਂ ਤੇ ਇੱਕ ਦਿਨ ਦੱਸਿਆ ਸੀ ਜਾਂ ਹਫਤਾ ਦੱਸਿਆ ਸੀ, ਮੈਂ ਤਾਂ ਮਹੀਨਾ ਹੋ ਗਿਆ ਲੇਕਿਨ ਤੁਹਾਡੀ ਦਵਾਈ ਆਰਾਮ ਨਹੀਂ ਦੇ ਰਹੀ। ਦੋਸਤੋ, ਦਵਾਈ ਨੂੰ ਜਿੰਨੇ ਦਿਨ ਲਈ ਦੱਸਿਆ ਜਾਵੇ, ਜਿੰਨੀ ਖੁਰਾਕ ਦੱਸੀ ਜਾਵੇ, ਪਹਿਲੀ ਗੱਲ ਤਾਂ ਓਨੀ ਹੀ ਲੈਣੀ ਚਾਹੀਦੀ ਆ। ਦਵਾਈ ਦਿਨ 'ਚ ਜਿੰਨੀ ਦਫ਼ਾ ਦੱਸੀ ਜਾਵੇ ਓਨੀ ਦਫ਼ਾ ਹੀ ਲੈਣੀ ਚਾਹੀਦੀ ਆ। ਬਾਕੀ ਰਹਿ ਗਈ ਕਿ ਸ਼ਿਫਾ ਕਿਉਂ ਨਹੀਂ ਹੋਈ। ਸ਼ਿਫਾ, ਇੱਕ ਤਾਂ ਪਹਿਲੀ ਗੱਲ ਤੇ ਆ ਕਿ ਸ਼ਿਫਾ ਦਾ ਜਿਹੜਾ ਅਮਲ ਆ ਨਾ, ਇਖਤਿਆਰ ਆ, ਉਹ ਅੱਲਾ ਦੀ ਜ਼ਾਤ ਕੋਲ ਆ। ਅਗਰ ਅੱਲਾ ਪਾਕ ਸ਼ਿਫਾ ਦੇਵੇਗਾ ਤੇ ਦਵਾਈ ਤੇ ਇੱਕ ਜ਼ਰੀਆ ਹੈ। ਦੂਸਰੀ ਗੱਲ ਇਹ ਆ, ਦਵਾਈ ਖਾਣ ਦੇ ਕੁਝ ਅਸੂਲ ਓ ਜ਼ਵਾਬਤ ਹੁੰਦੇ ਆ। ਹੋਮਿਓਪੈਥਿਕ ਦਵਾਈ ਖਾਣ ਦੇ ਕੁਝ ਅਸੂਲ ਓ ਜ਼ਵਾਬਤ ਹੁੰਦੇ ਆ ਜਿਹੜਾ ਕਿ ਅਸੀਂ ਫਾਲੋ ਨਹੀਂ ਕਰਦੇ, ਬੇਤੁਕੀ ਦਵਾਈ ਖਾਂਦੇ ਆ। ਫਰਜ਼ ਕਰੋ ਕੋਈ ਬੰਦਾ ਸਿਗਰਟ ਪੀਂਦਾ ਹੈ, ਉਹ ਸਿਗਰਟ ਪੀਂਦਾ ਹੈ ਫੌਰਨ ਹੀ ਦਵਾਈ ਖਾ ਲੈਂਦਾ ਹੈ, ਜਾਂ ਦਵਾਈ ਖਾਂਦਾ ਹੈ ਫੌਰਨ ਹੀ ਸਿਗਰਟ ਪੀ ਲੈਂਦਾ ਵਾ। ਜਾਂ ਕੋਈ ਬੰਦਾ ਚਾय ਪੀਂਦਾ ਵਾ ਔਰ ਉਹ ਕਹਿੰਦਾ ਲਿਆਓ ਜੀ ਮੈਨੂੰ ਚਾय ਪਿਲਾਓ, ਉਧਰੋਂ ਦਵਾਈ ਮੂੰਹ 'ਚ ਪਾਈ ਹੁੰਦੀ ਆ, ਉਧਰੋਂ ਤੋਂ ਚਾय ਦਾ ਘੁੱਟ ਭਰ ਲੈਂਦਾ ਵਾ। ਹਾਲਾਂਕਿ ਹੋਣਾ ਇਹ ਚਾਹੀਦਾ ਹੈ ਕਿ ਅਗਰ ਤੁਸੀਂ ਖਾਣਾ ਵੀ ਖਾਇਆ ਨਾ, ਕਮੋ ਬੇਸ਼ ਅੱਧਾ ਘੰਟਾ ਬਾਅਦ ਦਵਾਈ ਹੋਮਿਓਪੈਥਿਕ ਲਈ ਜਾਵੇ। ਕੋਈ ਵੀ ਦਵਾਈ ਆ ਫੌਰਨ ਤੇ ਐਲੋਪੈਥਿਕ ਵੀ ਨਹੀਂ ਲੈਣੀ ਚਾਹੀਦੀ। ਜਾਂ ਦੇਸੀ ਦਵਾਈ ਆ, ਤੁਹਾਨੂੰ ਦੇਸੀ ਵੀ ਕਦੀ ਨਹੀਂ ਕਹਿਣਗੇ ਤੁਸੀਂ ਵੀ ਰੋਟੀ ਖਾ ਕੇ ਫੌਰਨ ਹੀ ਲੈ ਲਓ। ਐਲੋਪੈਥਿਕ ਡਾਕਟਰ ਵੀ ਤੁਹਾਨੂੰ ਕਦੀ ਨਹੀਂ ਕਹਿਣਗੇ ਵੀ ਰੋਟੀ ਦਾ ਆਖਰੀ ਲੁਕਮਾ ਤੁਹਾਡੇ ਮੂੰਹ 'ਚ ਹੋਵੇ ਤੇ ਉੱਤੋਂ ਦਵਾਈ ਖਾ ਲਓ। ਦਵਾਈ ਖਾਣ ਦਾ ਤਾਂ ਇੱਕ ਤਰੀਕਾਕਾਰ ਹੈ ਨਾ, ਕਿ ਦਵਾਈ ਨੂੰ ਖਾਣੇ ਤੋਂ ਕੁਛ ਦੇਰ ਬਾਅਦ ਖਾਧਾ ਜਾਵੇ, ਕਮ ਸੇ ਕਮ ਅੱਧਾ ਘੰਟਾ ਘੰਟਾ ਬਾਅਦ। ਜਾਂ ਐਵੇਂ ਹੀ ਸਿਗਰਟ ਵਗੈਰਾ ਪੀਤੀ ਆ ਤੇ ਕੁਛ ਟਾਈਮ ਤੋਂ ਬਾਅਦ ਕੁੱਲੀ ਛੁੱਲੀ ਕੀਤੀ ਜਾਵੇ, ਪਾਣੀ ਪੀਤਾ ਜਾਵੇ, ਫਿਰ ਦਵਾਈ ਲਈ ਜਾਵੇ। ਖਾਸ ਤੌਰ ਤੇ ਹੋਮਿਓਪੈਥਿਕ ਦਵਾਈ, ਕਿਉਂਕਿ ਸਿਗਰਟ, ਬੀੜੀ, ਚਾय ਇਹਨਾਂ ਨਾਲ ਹੋਮਿਓਪੈਥਿਕ ਦਵਾਈ ਦੇ ਅਸਰਾਤ ਕਮ ਹੁੰਦੇ ਆ ਔਰ ਇਸ ਲਈ ਮਰੀਜ਼ ਨੂੰ ਪਰਫੈਕਟ ਆਰਾਮ ਨਹੀਂ ਆਉਂਦਾ। ਦੂਸਰੀ ਗੱਲ ਇਹ ਆ ਕਿ ਨਹਾਰ ਮੂੰਹ ਦਵਾਈ, ਚੰਦ ਇੱਕ ਦਵਾਈਆਂ ਹੁੰਦੀਆਂ ਜਿਹੜੀਆਂ ਨਹਾਰ ਮੂੰਹ ਲੈ ਸਕਦੇ ਹੋ, ਜਿਵੇਂ ਹੋਮਿਓਪੈਥਿਕ ਦਵਾਈ ਸਲਫਰ ਨਹਾਰ ਮੂੰਹ ਜ਼ਿਆਦਾ ਅਸਰ ਕਰਦੀ ਆ। ਅਕਸਰ ਮੈਨੂੰ ਲੋਕ ਮੈਸੇਜ ਕਰਦੇ ਡਾਕਟਰ ਸਾਹਿਬ ਨਹਾਰ ਮੂੰਹ ਦਵਾਈ ਲਈ ਸੀ। ਬਈ ਮੈਂ ਤੇ ਨਹੀਂ ਦੱਸਿਆ ਤੁਸੀਂ ਨਹਾਰ ਮੂੰਹ ਦਵਾਈ ਲਓ। ਜਾਂ ਮੈਸੇਜ ਕਰਨਗੇ ਡਾਕਟਰ ਸਾਹਿਬ ਨਹਾਰ ਲੈ ਲਿਆ ਕਰੀਏ ਸੁਬਾਹ ਨਾਸ਼ਤੇ ਤੋਂ ਪਹਿਲੇ। ਬਈ ਦਵਾਈ ਤੇ ਦੱਸਿਆ ਜਾਂਦਾ ਹੈ ਵੀ ਕਦੋਂ ਲੈਣੀ ਆ, ਬਲਕਿ ਹਰ ਬੰਦੇ ਨੂੰ ਪਤਾ ਹੈ ਕਿ ਦਵਾਈ ਦਾ ਇੱਕ ਤਰੀਕਾਕਾਰ ਹੈ, ਕਿਉਂਕਿ ਹਰ ਬੰਦਾ ਕੋਈ ਨਾ ਕੋਈ ਦਵਾਈ ਤੇ ਖਾਂਦਾ ਹੀ ਆ ਤੇ ਕਿਸੇ ਵੀ ਡਾਕਟਰ ਕੋਲ ਜਾਂਦਾ ਹੈ, ਉਹ ਡਾਕਟਰ ਨੂੰ ਤਰੀਕਾਕਾਰ ਦੱਸਦਾ ਹੈ। ਲੇਕਿਨ ਸਾਡੀ ਜਿਹੜੀ ਪਾਕਿਸਤਾਨੀ ਕੌਮ ਆ, ਇਹ ਇਸ ਤਰ੍ਹਾਂ ਦੀ ਆ ਕਿ ਇਸ ਦੇ ਬਾਵਜੂਦ ਵੀ ਆਪਣੇ ਤਰੀਕੇ ਨਾਲ ਦਵਾਈ ਖਾਂਦੀ ਆ, ਅਸੂਲ ਜ਼ਵਾਬਤ ਨਾਲ ਦਵਾਈ ਨਹੀਂ ਖਾਂਦੀ। ਅਗਰ ਮਰੀਜ਼ ਨੂੰ ਦੱਸਿਆ ਜਾਵੇ ਕਿ ਦਿਨ 'ਚ ਇੱਕ ਖੁਰਾਕ ਲੈਣੀ ਆ, ਮਰੀਜ਼ ਕਹਿੰਦਾ ਮੈਨੂੰ ਅਫਾਕਾ ਹੋ ਰਿਹਾ, ਚੱਲ ਇੱਕ ਹੋਰ ਲੈ ਲਓ। ਅਫਾਕਾ ਹੋ ਗਿਆ, ਚੱਲ ਯਾਰ ਇੱਕ ਦੋ ਸ਼ਾਮ ਨੂੰ ਫਿਰ ਲੈ ਲੈਂਦੇ ਆ, ਕਿਉਂਕਿ ਅੰਗਰੇਜ਼ੀ ਦਵਾਈ ਜੋ ਸੁਬਾਹ ਦੁਪਹਿਰ ਸ਼ਾਮ ਖਾ ਰਿਹਾ ਹੁੰਦਾ ਵਾ, ਉਹ ਵੇਟ ਨਹੀਂ ਕਰਦਾ ਕਿ ਮੈਨੂੰ ਦਵਾਈ ਅਫਾਕਾ ਕਰ ਰਹੀ ਆ, ਮੈਨੂੰ ਦੁਬਾਰਾ ਦਵਾਈ ਲੈਣੀ ਚਾਹੀਦੀ ਹੈ ਕਿ ਨਹੀਂ ਲੈਣੀ ਚਾਹੀਦੀ। ਹਾਲਾਂਕਿ ਕੋਈ ਵੀ ਡਾਕਟਰ, ਹੋਮਿਓਪੈਥਿਕ ਡਾਕਟਰ, ਉਹ ਇਹ ਗੱਲ ਦੱਸੇਗਾ ਕਿ ਤੁਸੀਂ ਦਵਾਈ ਇੱਕ ਖੁਰਾਕ ਲਈ ਆ, ਜਿੰਨੀ ਦੇਰ ਤੁਹਾਨੂੰ ਆਰਾਮ ਆ ਰਿਹਾ ਹੈ। ਅਗਰ ਤੁਹਾਨੂੰ ਆਰਾਮ ਆ ਗਿਆ ਦਵਾਈ ਲੈਣ ਦੀ ਜ਼ਰੂਰਤ ਹੀ ਨਹੀਂ, ਕਿਉਂਕਿ ਇਹ ਰਿਪੀਟਡ ਮੈਡੀਸਨ ਨਹੀਂ ਹੁੰਦੀ। ਕੁਛ ਅਮਰਾਜ਼ ਹੁੰਦੇ ਨੇ ਉਹਨਾਂ 'ਚ ਦਵਾਈ ਰਿਪੀਟ ਵੀ ਕਰਨੀ ਪੈਂਦੀ ਆ। ਕ੍ਰਾਨਿਕ ਡਿਜ਼ੀਜ਼ ਦੇ ਵਿੱਚ ਦਵਾਈ ਰਿਪੀਟ ਕਰਨੀ ਪੈਂਦੀ ਆ। ਅਕਿਊਟ ਜਿਹੜੇ ਅਮਰਾਜ਼ ਹੁੰਦੇ ਨੇ ਉਹਨਾਂ ਦੇ ਵਿੱਚ ਬਸ ਚੰਦ ਇੱਕ ਖੁਰਾਕਾਂ ਦੀ ਜ਼ਰੂਰਤ ਹੁੰਦੀ ਆ, ਇੱਕ ਖੁਰਾਕ ਲਈ, ਦੋ ਲਈ, ਤੇ ਜ਼ਿਆਦਾ ਤੋਂ ਜ਼ਿਆਦਾ 1 ਤੋਂ 2 ਦਿਨ। ਤੇ ਦੋਸਤੋ, ਇਸ ਲਈ ਦਵਾਈ ਖਾਣ ਦਾ ਤਰੀਕਾਕਾਰ ਅਪਣਾਓ ਤੇ ਸ਼ਿਫਾ ਦੇ ਵਾਸਤੇ ਅੱਲਾ ਦੀ ਜ਼ਾਤ ਤੇ ਤਕੀਆ ਕਰੋ। ਰੱਬੇ ਕਾਇਨਾਤ ਨੇ ਸ਼ਿਫਾ ਦੇਣੀ ਆ, ਉਹ ਤੁਹਾਨੂੰ ਇੱਕ ਖੁਰਾਕ ਨਾਲ ਵੀ ਸ਼ਿਫਾ ਦੇ ਸਕਦਾ ਹੈ। ਦਵਾਈ ਦਾ ਇੱਕ ਤਰੀਕਾਕਾਰ ਹੁੰਦਾ ਹੈ, ਕ੍ਰਾਈਟੇਰੀਆ ਹੁੰਦਾ ਹੈ। ਦਵਾਈ ਨੂੰ ਉਸ ਤਰੀਕੇ ਨਾਲ ਖਾਣਾ ਚਾਹੀਦਾ ਹੈ। ਇਹ ਨਹੀਂ ਵੀ ਬੇਤੁਕੀ ਜਦੋਂ ਦਿਲ 'ਚ ਆ ਗਿਆ ਉੱਠੇ ਦਵਾਈ ਦੇ ਚੰਦ ਕਤਰੇ ਪੀ ਲਏ, ਜਦੋਂ ਜ਼ਿਹਨ 'ਚ ਆ ਗਿਆ ਉਦੋਂ ਹੀ ਦਵਾਈ ਖਾ ਲਈ, ਕਿਉਂਕਿ ਇਹ ਦਵਾਈਆਂ ਜਿਹੜੀਆਂ ਨੇ ਇਸ ਤਰ੍ਹਾਂ ਨਹੀਂ ਖਾਈਦੀਆਂ ਹੁੰਦੀਆਂ। ਜਾਂ ਬਾਜ਼ਕਾਤ ਕੋਈ ਇਸ ਤਰ੍ਹਾਂ ਦੀ ਸਮੋਸਾ ਪਕੌੜਾ ਖਾਧਾ, ਉਤੋਂ ਦਵਾਈ ਖਾ ਲਈ। ਤੇ ਦੋਸਤੋ, ਦਵਾਈ ਨੂੰ ਤਰੀਕੇਕਾਰ ਦੇ ਤਹਿਤ ਲਓ। ਖਾਣਾ ਖਾਣ ਤੋਂ ਕਮ ਸੇ ਕਮ ਅੱਧਾ ਪੌਣਾ ਘੰਟਾ ਬਾਅਦ ਲਓ।
ਅੱਧਾ ਪੌਣਾ ਘੰਟਾ ਬਾਅਦ ਵੀ ਕੋਈ ਚੀਜ਼ ਨਾ ਖਾਵੋ। ਦਵਾਈ ਨੂੰ ਪਾਣੀ 'ਚ ਪਾ ਕੇ ਲਵੋ। ਡਾਇਰੈਕਟਲੀ ਜ਼ੁਬਾਨ 'ਤੇ ਬਹੁਤ ਘੱਟ ਦਵਾਈ ਇਸਤੇਮਾਲ ਕਰਨੀ ਚਾਹੀਦੀ ਆ, ਬਹੁਤ ਸ਼ਿੱਦਤ ਹੈ ਮਰਜ਼ ਦੇ ਵਿੱਚ। ਤੇ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ। ਵੀਡੀਓ ਥੋੜੀ ਜਿਹੀ ਲੰਬੀ ਹੋ ਗਈ ਆ, ਫਿਰ ਲੋਕ ਉਕਤਾਹਟ ਦਾ ਸ਼ਿਕਾਰ ਹੋ ਜਾਂਦੇ ਨੇ, ਮਗਰ ਸਾਨੂੰ ਤਰੀਕਾਕਾਰ ਦੱਸਣਾ ਜ਼ਰੂਰੀ ਸੀ, ਜਿਹੜਾ ਕਿ ਲੋਕ ਰੋਜ਼ ਸਵਾਲ ਕਰਦੇ ਸੀ, ਔਰ ਮੈਂ ਸੋਚ ਰਿਹਾ ਸੀ ਕਿ ਲੋਕਾਂ ਨੂੰ ਤਰੀਕਾਕਾਰ ਦੱਸਿਆ ਜਾਵੇ ਤਾਂ ਕਿ ਦਵਾਈ ਸਹੀ ਤਰੀਕੇ ਨਾਲ ਖਾਧੀ ਜਾਵੇ। ਸ਼ੁਕਰੀਆ, ਅੱਲਾ ਹਾਫਿਜ਼।